अस्सलाम वालेकुम। उम्मीद है कि ਤੁਸੀਂ ਸਾਰੇ ਠੀਕ ਹੋ, ਸਾਰੇ ਚੰਗੀ ਸਿਹਤ ਵਿੱਚ ਹੋ। ਅੱਲਾਹ ਤਾਲਾ ਦੀ ਜ਼ਾਤ ਤੁਹਾਡੇ ਮਾਪਿਆਂ ਦਾ ਸਾਇਆ ਤੁਹਾਡੇ ਤੇ ਕਾਇਮ ਰੱਖੇ ਤੇ ਤੁਹਾਡਾ ਸਾਇਆ ਜਿਹੜਾ ਹੈ ਉਹ ਤੁਹਾਡੇ ਬੱਚਿਆਂ ਤੇ ਕਾਇਮ ਰੱਖੇ। ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ, ਪਾਕਿਸਤਾਨ ਸਲਾਮਤ ਰਵੇ ਤਾਂ ਕਿਆਮਤ ਰਵੇ। ਜਿਹੜੀ ਤੁਹਾਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ। ਇਹਦੇ ਤੇ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਗਰੁੱਪਾਂ 'ਚ ਸੈਂਡ ਕਰਿਆ ਕਰੋ ਔਰ ਇਹਦੇ ਤੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਦੱਸਿਆ ਕਰੋ ਕਿ ਕਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਹੈ ਤੇ ਕਿਹੜੀ ਮਾੜੀ ਲੱਗੀ ਹੈ ਤਾਂ ਕਿ ਅਸੀਂ ਉਹਦੇ ਵਿੱਚ ਬਿਹਤਰੀ ਲਿਆਉਣ ਦੀ ਗੁੰਜਾਇਸ਼ ਕਰੀਏ। ਜਿਸ ਤਰ੍ਹਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ, ਵਾਅਦਾ ਕੀਤਾ ਸੀ ਕਿ ਸ਼ਾਮ ਦਾ ਜਿਹੜਾ ਵੀਲੋਗ ਹੈ ਅਸੀਂ ਪੰਜਾਬੀ ਦੇ ਵਿੱਚ ਕਰਿਆ ਕਰਾਂਗੇ ਔਰ ਜਿਹੜੀਆਂ ਸਾਰੇ ਦਿਨ ਦੀਆਂ ਖਬਰਾਂ ਹੋਣਗੀਆਂ, ਬਲਕਿ 24 ਘੰਟੇ ਦੀਆਂ ਖਬਰਾਂ ਹੋਣਗੀਆਂ, ਉਹ ਤੁਹਾਨੂੰ ਪੰਜਾਬੀ 'ਚ ਦੱਸਾਂ ਕਰਾਂਗੇ। ਸਾਡੇ ਦੋ ਵੀਲੋਗ ਜਿਹੜੇ ਨੇ, ਸਵੇਰ 7:30 ਵਜੇ ਵਾਲਾ ਤੇ 2:30 ਵਜੇ ਵਾਲਾ, ਉਹ ਰੂਟੀਨ ਦੇ ਵਿੱਚ ਰਹਿਣਗੇ, ਲੇਕਿਨ ਸ਼ਾਮ ਵਾਲਾ ਅਸੀਂ ਹੁਣ ਇਹ ਡਿਸਾਈਡ ਕੀਤਾ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਇਹ ਸਾਰੀਆਂ ਖਬਰਾਂ ਦੱਸਿਆ ਕਰਾਂਗੇ। ਸਭ ਤੋਂ ਪਹਿਲੀ ਖਬਰ ਜਿਹੜੀ ਹੈ, ਤਹਿਰੀਕੇ ਇਨਸਾਫ ਜਿਹੜੀ ਹੈ ਉਹ ਨਹੀਂ ਮੁੜਦੀ ਪਈ। ਤਹਿਰੀਕੇ ਇਨਸਾਫ ਜਿਹੜੀ ਹੈ ਉਹਨੇ ਅਗਲਾ ਘਰ ਵੇਖ ਕੇ ਮੁੜਨਾ ਹੈ। ਅਗਲਾ ਘਰ ਕਿਵੇਂ ਵੇਖ ਕੇ ਮੁੜਨਾ ਹੈ ਕਿ ਉਹਨਾਂ ਨੇ ਹੁਣ ਡਿਸਾਈਡ ਕਰ ਲਿਆ ਕਿ ਅਸੀਂ ਹੁਣ ਲੜ ਕੇ ਮਰਨਾ ਹੈ। ਮਰਨਾ ਹੈਗਾ ਹੀ ਆ, ਲੇਕਿਨ ਲੜ ਕੇ ਮਰਨਾ ਹੈ। ਉਦਾਂ ਵੀ ਤਾਂ ਮਰ ਨਹੀਂ ਰਹੇ ਆ ਤੇ ਲੜ ਕੇ ਮਰ ਜਾਂਦੇ ਆ। ਇਹ ਮੈਨੂੰ ਲੱਗਦਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਇਹ ਸੋਚਿਆ ਕਿ ਜੇਲ੍ਹ ਦੇ ਵਿੱਚ ਤੇ ਪਿਆ ਹੀ ਹੋਇਆ ਹੈ, ਇਸ ਤੋਂ ਅੱਗੇ ਹੋਰ ਜੇਲ੍ਹ 'ਚ ਕਿੰਨਾ ਕਰ ਦੇਣਗੇ। 14 ਸਾਲ ਦੇ ਵਿੱਚ, ਅਗਰ ਮੈਂ 14 ਸਾਲ ਵਾਸਤੇ ਅਗਰ ਮੈਂ ਜੇਲ੍ਹ 'ਚ ਪੱਕਾ ਹੀ ਬੈਠਾ ਵਾਂ ਤੇ ਫਿਰ ਮੈਂ ਜਿਹੜੇ ਬਾਹਰ ਬੈਠੇ ਨੇ ਉਹ ਸੁਖੀ ਕਿਉਂ ਨੇ। ਇਹ ਮੇਰਾ ਖਿਆਲ ਹੈ ਇਮਰਾਨ ਖਾਨ ਦਾ ਟੋਟਲ ਜਿਹੜਾ ਅੰਦਰ ਦੀ ਸੋਚ ਹੈ ਇਹੋ ਹੀ ਆ ਕਿ ਮੈਂ ਤੇ ਜੇਲ੍ਹ ਦੇ ਵਿੱਚ ਬੈਠਾ ਹੀ ਬੈਠਾ ਵਾਂ ਤੇ ਜਿਹੜੇ ਬਾਹਰ ਬੈਠੇ ਨੇ ਉਹ ਬਾਹਰ ਕਿਉਂ ਬੈਠੇ ਨੇ, ਉਹ ਵੀ ਸਕੂਨ ਨਾਲ ਕਿਉਂ ਬੈਠੇ ਨੇ। ਹੁਣ ਇਮਰਾਨ ਖਾਨ ਸਾਹਿਬ ਨੇ ਡਿਸਾਈਡ ਇਹ ਕੀਤਾ ਹੈ, ਉਹਦੀ ਪਾਰਟੀ ਨੇ ਡਿਸਾਈਡ ਇਹ ਕੀਤਾ ਹੈ ਕਿ ਆਸਮ ਮਨੀਰ ਜਿੱਥੇ ਵੀ ਜਾਏਗਾ, ਫੀਲਡ ਮਾਰਸ਼ਲ ਆਸਮ ਮਨੀਰ ਜਿੱਥੇ ਵੀ ਜਾਏਗਾ, ਉਹਨੂੰ ਉੱਥੇ ਟਫ ਟਾਈਮ ਦਿੱਤਾ ਜਾਏਗਾ। ਅਮਰੀਕਾ ਦਾ ਦੌਰਾ ਕਰ ਰਹੇ ਨੇ ਆਰਮੀ ਚੀਫ ਸਾਹਿਬ, ਫੀਲਡ ਮਾਰਸ਼ਲ ਸਾਹਿਬ, ਤੇ 14 ਜੂਨ ਨੂੰ ਸ਼ਬਾਜ਼ ਗਿੱਲ ਸਾਹਿਬ ਜਿਹੜੇ ਨੇ ਉਹਨਾਂ ਨੇ ਆਲਰੇਡੀ ਟਵੀਟ ਕੀਤੀ ਸੀ ਕਿ 14 ਜੂਨ ਨੂੰ ਉਹ ਪਾਕਿਸਤਾਨ ਅੰਬੈਸੀ ਦੇ ਬਾਹਰ ਇੱਕ ਵੱਡਾ ਮੁਜ਼ਾਹਰਾ ਕਰਨਗੇ। ਮੈਂ ਤੁਹਾਨੂੰ ਪਿਛਲੇ ਵੀਲੋਗ ਵੀ ਦੱਸ ਚੁੱਕਿਆ ਸਾਂ ਕਿ ਇੰਡੀਆ ਅਗਰ ਫੀਲਡ ਮਾਰਸ਼ਲ ਦੇ ਖਿਲਾਫ ਕਿਸੇ ਜਗ੍ਹਾ ਤੇ ਪ੍ਰੋਟੈਸਟ ਕਰੇ ਤੇ ਗੱਲ ਸਮਝ ਆਉਂਦੀ ਹੈ। ਇੰਡੀਆ ਦਾ ਬਣਿਆ ਬਣਾਇਆ ਭਰਮ ਜਿਸ ਤਰ੍ਹਾਂ ਆਸਮ ਮਨੀਰ ਸਾਹਿਬ ਨੇ ਤੋੜਿਆ, ਉਹ ਗੱਲ ਉਹਨਾਂ ਨੂੰ ਉਹਨਾਂ ਦਾ ਪ੍ਰੋਟੈਸਟ ਕਰਨਾ ਸਮਝ ਆਉਂਦਾ ਹੈ। ਲੇਕਿਨ ਆਪਣੇ ਮੁਲਕ ਦੀ ਜਿੱਤ ਤੇ, ਆਪਣੇ ਮੁਲਕ ਦੇ ਪੂਰੀ ਦੁਨੀਆ ਦੇ ਵਿੱਚ ਨਾਂ ਬਣਾਉਣ ਤੇ, ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਨਾਂ ਜਿੱਡਾ ਪੋਜ਼ਿਟਿਵ ਲਿਆ ਜਾ ਰਿਹਾ, ਇਹਦੇ ਤੇ ਖੁਸ਼ ਹੋਣਾ ਚਾਹੀਦਾ। ਇੰਟਰਨਲ ਸਿਆਸਤ ਤੇ ਚੱਲਦੀ ਰਹਿੰਦੀ ਹੈ, ਹਮੇਸ਼ਾ ਹੀ ਸਿਆਸਤ ਹੁੰਦੀ ਆ, ਲੇਕਿਨ ਉਹਨੂੰ ਉਸ ਲੈਵਲ ਤੇ ਲਿਜਾ ਕੇ ਦੂਜੇ ਮੁਲਕਾਂ ਦੇ ਵਿੱਚ ਆਪਣੇ ਫੀਲਡ ਮਾਰਸ਼ਲ ਜਾਂ ਆਪਣੇ ਵਜ਼ੀਰਾਂ ਦੇ ਖਿਲਾਫ ਮੇਰੇ ਖਿਆਲ ਨਾਲ ਇਹ ਜ਼ਿਆਦਾ ਹੋ ਜਾਂਦਾ ਵਾ। ਲੇਕਿਨ ਕਿਉਂਕਿ ਬੱਚਤ ਕੋਈ ਨਹੀਂ, ਇਮਰਾਨ ਖਾਨ ਚਾਹੁੰਦਾ ਜੇ ਮੈਂ ਜੇਲ੍ਹ 'ਚ ਤੇ ਬਾਕੀ ਸਾਰੇ ਬਾਹਰ ਕਿਉਂ ਬੈਠੇ ਨੇ। ਹੁਣ ਉਹਦੇ ਵਿੱਚ ਇਹ ਕਰਨਗੇ ਕੀ, ਇਹਨਾਂ ਨੇ ਕਰਨਾ ਕੀ ਹੈ। ਲੇਕਿਨ ਇੱਕ ਗੱਲ ਦੱਸਾਂ ਮੈਂ, 14 ਜੂਨ ਨੂੰ ਨਾ ਉੱਥੇ ਰੌਲਾ ਫਿਰ ਪੈਣਾ ਜੇ ਤੁਸੀਂ ਉੱਥੇ ਕੋਈ ਇਹੋ ਜਿਹੀ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਧਰ ਫਿਰ ਜਿਹੜੇ ਦੂਜੇ ਨੇ ਉਹ ਵੀ ਤਿਆਰ ਹੁੰਦੇ ਪਏ ਜੇ। ਹਾਂਜੀ, ਸਾਡੇ ਯਾਰ ਨੇ ਰਾਜਾ ਰਜ਼ਾਕ ਸਾਹਿਬ, ਉਹ ਵੀ ਕਹਿੰਦੇ ਪਏ ਨੇ ਆ ਜਾਓ। ਫਿਰ ਉਹਦੇ ਨਾਲ ਗਾਲ ਕੱਢ ਕੇ ਟਵੀਟ ਕਰਦੇ ਨੇ। ਗਾਲ ਨਹੀਂ ਕੱਢਦੇ, ਉਹ ਸ਼ਬਾਜ਼ ਗਿੱਲ ਨੂੰ ਰੰਡੀ ਦਾ ਬੱਚਾ ਕਹਿੰਦੇ ਨੇ। ਰੰਡੀ ਦਾ ਬੱਚਾ ਤਾਂ ਕਹਿੰਦੇ ਨੇ ਕਿ ਸ਼ਬਾਜ਼ ਗਿੱਲ ਦਾ ਪਿਓ ਪਹਿਲੇ ਫੌਤ ਹੋ ਗਿਆ ਸੀ ਤੇ ਮਾਂ ਉਹਦੀ ਬਾਅਦ 'ਚ ਫੌਤ ਹੋਈ ਹੈ। ਤੇ ਬਕੌਲ ਸ਼ਬਾਜ਼ ਗਿੱਲ ਸਾਹਿਬ ਦੇ, ਜਿਸ ਔਰਤ ਦਾ ਬੰਦਾ ਮਰ ਜਾਵੇ ਉਸ ਔਰਤ ਨੂੰ ਰੰਡੀ ਕਹਿੰਦੇ ਨੇ। ਤੇ ਅਗਰ ਸ਼ਬਾਜ਼ ਗਿੱਲ ਸਾਹਿਬ ਦਾ ਪਿਓ ਪਹਿਲੇ ਮਰ ਗਿਆ ਔਰ ਉਹਦੀ ਮਾਂ ਜਿਹੜੀ ਹੈ ਉਹ ਬਾਅਦ 'ਚ ਮਰੀ ਤੇ ਸ਼ਬਾਜ਼ ਗਿੱਲ ਫਿਰ ਰੰਡੀ ਦਾ ਬੱਚਾ ਹੈ। ਇਹ ਬਕੌਲ ਰਾਜਾ ਰਜ਼ਾਕ ਸਾਹਿਬ ਦੇ, ਮੈਂ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਉਹਦੀ ਤਸ਼ਰੀਹ ਕਰਕੇ ਦੱਸ ਰਿਹਾ ਵਾਂ। ਕਦੀ ਕਦੀ ਤੁਹਾਨੂੰ ਤਸ਼ਰੀਹ ਕਰਕੇ ਦੱਸਣੀ ਪੈਂਦੀ ਨਾ ਕਿ ਕੌਣ ਕੀ ਕਹਿੰਦਾ ਹੈ। ਤੇ ਸ਼ਬਾਜ਼ ਗਿੱਲ ਸਾਹਿਬ ਕਹਿੰਦੇ ਹੁੰਦੇ ਸਨ ਕਿ ਜਿਸ ਔਰਤ ਦਾ ਬੰਦਾ ਮਰ ਜਾਵੇ ਉਸ ਔਰਤ ਨੂੰ ਰੰਡੀ ਕਹਿੰਦੇ ਨੇ। ਤੇ ਸ਼ਬਾਜ਼ ਗਿੱਲ ਸਾਹਿਬ ਦਾ ਪਿਓ ਪਹਿਲੇ ਮਰਿਆ ਸੀ ਤੇ ਉਹ ਮਾਂ ਉਹਦੀ ਬਾਅਦ 'ਚ ਮਰੀ ਸੀਗੀ। ਹੁਣ ਪਤਾ ਨਹੀਂ ਉਹਦੀ ਮਾਂ ਮਰ ਗਈ ਕਿ ਹਾਲੀ ਜਿੰਦੀ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਅਗਰ ਜਿੰਦੀ ਹੈ ਤੇ ਅੱਲਾ ਉਹਨੂੰ ਲੰਮੀ ਸਿਹਤ ਵਾਲੀ ਉਮਰ ਦੇਵੇ ਤੇ ਨਾਲੇ ਅਗਰ ਇਹ ਦੁਨੀਆ ਤੇ ਨਹੀਂ ਹੈਗੀ ਤੇ ਉਹਦਾ ਅਗਲਾ ਜਹਾਨ ਆਸਾਨ ਫਰਮਾਏ। ਬਕੌਲ ਸ਼ਬਾਜ਼ ਗਿੱਲ ਦੇ ਕਿ ਉਹ ਰਾਜਾ ਸਾਹਿਬ ਦੇ ਕਿ ਸ਼ਬਾਜ਼ ਗਿੱਲ ਸਾਹਿਬ ਰੰਡੀ ਦੇ ਬੱਚੇ ਨੇ। ਖੈਰ, ਰੰਡੀ ਦੇ ਬੱਚਾ ਇਹਦੇ 'ਚ ਗੁੱਸਾ ਨਹੀਂ, ਇਸ ਪਰ ਨਹੀਂ ਕਰਨਾ ਹੈਗਾ। ਹਾਂ, ਤੁਹਾਨੂੰ ਕਿਸੇ ਨੂੰ ਕਿਹਾ ਜਾਏ ਤੇ ਅਗਲੇ ਸਿਰ ਪਾੜ ਦਿਓ, ਤੁਹਾਨੂੰ ਕੋਈ ਰੰਡੀ ਦਾ ਬੱਚਾ ਕਹੇ ਸਿਰ ਪਾੜ ਦਿਓ, ਇਹ ਬਹੁਤ ਵੱਡੀ ਗਾਲ ਹੈ। ਲੇਕਿਨ ਸ਼ਬਾਜ਼ ਗਿੱਲ ਦੇ ਨਜ਼ਦੀਕ ਇਹ ਗਾਲ ਨਹੀਂ ਹੈਗੀ। ਇਹ ਉਹ ਹਕੀਕਤ ਦੱਸ ਰਹੇ ਸੀ ਕਿ ਪੰਜਾਬੀ ਦੱਸ ਰਹੇ ਕਿ ਪੰਜਾਬੀ ਦੇ ਵਿੱਚ ਇਹ ਕਿੱਦਾਂ ਕਿਹਾ ਜਾਂਦਾ ਵਾ। ਤੇ ਇਸ ਵਾਸਤੇ ਮੈਂ ਤੁਹਾਨੂੰ ਦੱਸਣਾ ਪਿਆ। ਤੇ ਮੈਂ ਕਿਸੇ ਨੂੰ ਰੰਡੀ ਦਾ ਬੱਚਾ ਨਹੀਂ ਕਹਿ ਰਿਹਾ, ਨਾ ਸ਼ਬਾਜ਼ ਗਿੱਲ ਨੂੰ। ਬਕੌਲ ਸ਼ਬਾਜ਼ ਗਿੱਲ ਰੰਡੀ ਦਾ ਬੱਚਾ ਹੈ। ਅੱਛਾ ਜੀ, ਅਲੀਮਾ ਖਾਨ ਸਾਹਿਬਾ ਨੂੰ ਉਹ ਜਿਹੜਾ ਪ੍ਰੋਟੈਸਟ ਕਰਨ ਵਾਲਾ ਗਰੁੱਪ ਬਣਿਆ ਨਾ ਜੀ WhatsApp ਦਾ, ਉਹਦੇ ਵਿੱਚ ਬਕਾਇਦਾ ਤੌਰ ਤੇ ਅਲੀਮਾ ਖਾਨ ਨੂੰ ਸ਼ਾਮਲ ਕਰ ਲਿਆ ਗਿਆ। ਹੁਣ ਜਦੋਂ ਅਲੀਮਾ ਖਾਨ ਨੂੰ ਸ਼ਾਮਲ ਕਰ ਲਿਆ ਗਿਆ ਤੇ ਇਹਦਾ ਮਤਲਬ ਕਿ ਅਲੀਮਾ ਖਾਨ ਹੌਲੀ ਹੌਲੀ ਪਾਰਟੀ ਨੂੰ ਸੰਭਾਲਣ ਵਾਲੇ ਪਾਸੇ ਜਾ ਰਹੀ ਹੈ। ਉਹ ਪਹਿਲੇ ਵੀ ਕੋਸ਼ਿਸ਼ ਕਰ ਰਹੀ ਸੀ ਕਿ ਪਾਰਟੀ ਨੂੰ ਉਹੀ ਚਲਾਏ, ਲੇਕਿਨ ਅਗਰ ਉਹ ਗਰੁੱਪ ਦੇ ਵਿੱਚ ਆ, ਜਿਹੜੇ ਗਰੁੱਪ ਦੇ ਵਿੱਚ ਪਲਾਨਿੰਗ ਹੋ ਰਹੀ ਆ ਕਿ ਜਨਰਲ ਆਸਮ ਮਨੀਰ ਦੇ ਅਮਰੀਕਾ ਆਉਣ ਦੇ ਵਿੱਚ ਕਿੱਦਾਂ ਕਰਕੇ ਮੁਜ਼ਾਹਰਾ ਕਰਨਾ ਹੈ, ਤੇ ਇਹਦਾ ਮਤਲਬ ਹੈ ਕਿ ਉਹ ਬਕਾਇਦਾ ਸ਼ਾਮਲ ਹੋਗੀ ਅਗਲੇ ਲੈਵਲ ਤੇ। ਜੋ ਅਲੀਮਾ ਖਾਨ ਸਾਹਿਬਾ ਹੈ ਉਹਨਾਂ ਦਾ ਨੋਟੀਫਿਕੇਸ਼ਨ ਹੀ ਹੋਣਾ ਹੈ ਔਰ ਉਹਦੇ ਤੇ ਐਕਸਕਿਊਜ਼ਾਂ ਬੜੀਆਂ ਦਿੱਤੀਆਂ ਜਾਣਗੀਆਂ। ਉਹਦੇ ਤੇ ਕਿਹਾ ਜਾਏਗਾ ਨਾ ਮੋਰਸੀ ਸਿਆਸਤ ਹੋਣੀ ਹੈ, ਨਾ ਫੈਮਿਲੀ ਨੂੰ ਸਿਆਸਤ ਵਿੱਚ, ਨਾ ਫਿਰ ਫੈਮਿਲੀ ਵਾਲੀ ਵਾਰਸ ਬਣੇਗੀ। ਉਹ ਸਾਰਾ ਕੁਝ ਹੋਏਗਾ। ਉਹਦੀ ਜਦੋਂ ਹੋਏਗਾ ਤੇ ਉਹਦੇ ਤੇ ਇੱਕ ਇੱਕ ਚੀਜ਼ ਸਾਬਤ ਕੀਤੀ ਜਾਏਗਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਇਹ ਪਿਆ ਹੈ ਕਿ ਜਿਸ ਤਰ੍ਹਾਂ
ਅਲੀਮਾ ਖਾਨ ਵੀ ਫੁੱਲ ਐਂਟਰੀ ਮਾਰ ਰਹੀ ਹੈ। ਅੱਛਾ ਜੀ, ਇੰਡੀਆ ਵਾਸਤੇ ਜਿੱਥੇ ਬੜੀਆਂ ਭੈੜੀਆਂ ਖਬਰਾਂ ਨੇ ਨਾ, ਉੱਥੇ ਉਹਨਾਂ ਦਾ ਹੀ ਇੱਕ ਸਿਆਸਤਦਾਨ ਹੈ, ਉਹਨੇ ਇੱਕ ਲੰਮਾ ਚੌੜਾ ਟਵੀਟ ਕੀਤਾ ਜਿਹਦੇ ਚ ਉਹਨਾਂ ਕਿਹਾ ਕਿ ਮੋਦੀ ਕਿੱਥੇ ਵੇ। ਮੋਦੀ ਨੇ ਪੂਰੀ ਦੁਨੀਆ ਤੇ ਇੰਡੀਆ ਦਾ ਨਾਂ ਡੁਬੋ ਕੇ ਰੱਖ ਦਿੱਤਾ ਹੈ। ਪਾਕਿਸਤਾਨ ਦੀ ਹਰ ਪਾਸੇ ਬੱਲੇ ਬੱਲੇ ਹੁੰਦੀ ਪਈ ਹੈ, ਜਦੋਂ ਕਿ ਹਿੰਦੁਸਤਾਨ ਨੂੰ ਹਰ ਪਾਸਿਓਂ ਛਿੱਤਰ ਪੈਂਦੇ ਪਏ ਨੇ। ਉਹਨੇ ਕੋਈ ਦੋ ਚਾਰ ਚੀਜ਼ਾਂ ਵੀ ਦੱਸੀਆਂ ਨੇ ਕਿੱਥੋਂ ਕਿੱਥੋਂ ਛਿੱਤਰ ਪਏ ਨੇ। ਇੱਕ ਤੇ ਜੀ ਹਿੰਦੁਸਤਾਨ ਦਾ ਜਿਹੜਾ ਸਾਊਦੀ ਅਰਬ, ਉਹਨੇ ਹਿੰਦੁਸਤਾਨ ਦਾ ਵੀਜ਼ਾ ਜਿਹੜਾ ਹੈ, ਵੀਜ਼ਾ ਹਿੰਦੁਸਤਾਨੀਆਂ ਨੂੰ ਵੀਜ਼ਾ ਦੇਣ ਤੋਂ 14 ਮੁਲਕਾਂ ਦਾ ਉਹਨਾਂ ਨੇ ਵੀਜ਼ਾ ਬੰਦ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਹਿੰਦੁਸਤਾਨ ਵੀ ਹੈ, ਜਿਹਨੂੰ ਫਿਲਹਾਲ ਵੀਜ਼ੇ ਦੇਣੇ ਬੰਦ ਕੀਤੇ ਨੇ। ਇਹ ਟੈਂਪਰੇਰੀ ਆ, ਇਹ ਪੱਕੇ ਆ, ਇਹ ਅੱਗੇ ਜਾ ਕੇ ਲੱਗੂ ਪਤਾ। ਲੇਕਿਨ ਹਾਲੀ ਇੱਕ ਦਫਾ ਦੀ ਖਬਰ ਇਹ ਵੇ ਕਿ ਸਾਊਦੀ ਅਰਬ ਨੇ ਹਿੰਦੁਸਤਾਨ ਨੂੰ ਵੀਜ਼ੇ ਦੇਣ ਦਾ ਜਿਹੜਾ ਸਿਲਸਿਲਾ ਹੈ ਉਹ ਬੰਦ ਕਰ ਦਿੱਤਾ ਹੈ, ਕਿ ਉਹ ਹਿੰਦੁਸਤਾਨੀ ਕੋਈ ਵੀ ਹੁਣ ਸਾਊਦੀ ਅਰਬ ਦਾ ਅੱਜ ਤੋਂ ਵੀਜ਼ਾ ਅਪਲਾਈ ਨਹੀਂ ਕਰ ਸਕੇਗਾ। ਹੁਣ ਮੈਨੂੰ ਨਹੀਂ ਪਤਾ ਇਹ ਜਿਹੜਾ ਦੌਰਾ ਹੋਇਆ ਸ਼ਹਿਬਾਜ਼ ਸ਼ਰੀਫ ਸਾਹਿਬ ਦਾ, ਉਸ ਦੌਰੇ ਤੋਂ ਬਾਅਦ ਹੋਇਆ, ਉਹਨਾਂ ਦੀ ਕੋਈ ਅੰਦਰਲੀ ਪਾਲਿਸੀ ਹੈ ਜਾਂ ਕੋਈ ਹੋਰ ਰੋਲਾ ਰੱਪਾ, ਇਹ ਨਹੀਂ ਪਤਾ। ਲੇਕਿਨ ਖਬਰ ਇਹ ਵੇ ਕਿ ਹਿੰਦੁਸਤਾਨ ਦੇ 1.5 ਅਰਬ ਲੋਕਾਂ ਵਾਸਤੇ ਸਾਊਦੀ ਅਰਬ ਨੇ ਆਪਣੀ ਹੱਟੀ ਦਾ ਦਰਵਾਜ਼ਾ ਜਿਹੜਾ ਉਹ ਬੰਦ ਕਰਤਾ ਹੈ, ਹੱਟੀ ਦਾ ਸ਼ਟਰ ਜਿਹੜਾ ਉਹ ਥੱਲੇ ਸੜ ਦਿੱਤਾ ਹੈ। ਹੁਣ ਕੋਈ ਵੀ ਹਿੰਦੁਸਤਾਨ ਇਸ ਹੱਟੀ ਤੋਂ ਕੋਈ ਸਮਾਨ ਨਹੀਂ ਲੈ ਸਕਦਾ, ਵੀਜ਼ੇ ਬੰਦ। ਇੱਕ ਤੇ ਉਹਨੇ ਇਹ ਵੀ ਦੱਸਿਆ ਕਿ ਇਹ ਸਾਡੀ ਬੜੀ ਵੱਡੀ ਨਾਕਾਮੀ ਆ ਕਿ ਪਾਕਿਸਤਾਨ ਨੂੰ ਉਹਨਾਂ ਦਾ ਜਿਹੜਾ ਸੁਲਮਾਨ ਕਿੰਗ ਹੈ, ਜਿਹੜਾ ਬਾਦਸ਼ਾਹ ਵਾ, ਉਹਨਾਂ ਦਾ ਜਿਹੜਾ ਰਾਜਾ ਵਾ, ਉਹ ਈਦ ਵਾਲੇ ਦਿਨ ਬੁਲਾ ਕੇ ਉਹ VIP ਪ੍ਰੋਟੋਕੋਲ ਦੇ ਰਿਹਾ, ਉਹ ਸਮਾਨ ਦੇ ਰਿਹਾ, ਉਹ ਬੜੀ ਇੱਜ਼ਤ ਤੇ ਇਹਤਰਾਮ ਦੇ ਰਿਹਾ, ਤੇ ਸਾਡੇ ਵੀਜ਼ੇ ਬੰਦ ਕੀਤੇ ਜਾਂਦੇ ਆ। ਉਹ ਇਹਨੂੰ ਪਾਕਿਸਤਾਨ ਦੀ ਜਿੱਤ ਕਹਿ ਰਹੇ ਆ ਤੇ ਹਿੰਦੁਸਤਾਨ ਦਾ ਇਹਨੂੰ ਨੁਕਸਾਨ ਕਹਿ ਰਿਹਾ। ਉਹ ਜਿਨ੍ਹਾਂ ਨੇ ਇਹ ਜਿਹੜੇ ਸਿਆਸਤਦਾਨ ਨੇ ਇਹ ਟਵੀਟ ਕੀਤਾ। ਫਿਰ ਉਹ ਕਹਿੰਦੇ ਨੇ ਜੀ ਕਿ ਚੀਨ ਜਿੱਡਾ ਖੁੱਲ ਕੇ ਪਾਕਿਸਤਾਨ ਦੇ ਨਾਲ ਲੱਗ ਗਿਆ, ਉਹ ਜਿਹੜੇ J30 J20 ਫਿਰ ਜਿਹੜੇ ਉਹ ਜਿਹੜੇ ਕੁਝ ਸਿਸਟਮ ਨੇ, ਜਿਹੜੇ ਫਿਰ ਕੁਝ ਸੈਟੇਲਾਈਟ ਨੂੰ ਕੰਟਰੋਲ ਕਰਨ ਵਾਲੇ, ਇਹ ਜਿਹੜੇ ਸਿਸਟਮ ਖੁੱਲਮ ਖੁੱਲਾ ਪਾਕਿਸਤਾਨ ਨੂੰ ਦੇ ਰਿਹਾ ਹੈ। ਇਹ ਹਿੰਦੁਸਤਾਨ ਦੀ ਨਾਕਾਮੀ ਆ ਕਿ ਹਿੰਦੁਸਤਾਨ ਚੀਨ ਤੋਂ ਹੋਰ ਦੂਰ ਹੋ ਗਿਆ ਤੇ ਪਾਕਿਸਤਾਨ ਚੀਨ ਦੇ ਨਾਲ ਪਹਿਲੇ ਨਾਲੋਂ ਜ਼ਿਆਦਾ ਤਗੜਾ ਨਾਲ ਰੱਜ ਗਿਆ, ਵਸ ਗਿਆ, ਇੱਕ ਦੂਜੇ ਦੇ ਵਿੱਚ ਵੜ ਗਿਆ, ਜੱਫੀ ਪਾ ਲਈਏ। ਉਹ ਸ਼ਹਿਬਾਜ਼ ਸ਼ਰੀਫ ਵਾਲੀ ਗੱਲ ਜਿਹੜੀ ਉਹ ਇੰਗਲਿਸ਼ ਵਿੱਚ ਕਹਿੰਦਾ ਹੁੰਦਾ, ਲੇਕਿਨ ਮੈਂ ਪੰਜਾਬੀ ਚ ਕਹਿੰਦਾ ਵਾਂ ਕਿ ਸਾਡੀ ਯਾਰੀ ਹਿਮਾਲਿਆਂ ਤੋਂ ਉੱਚੀ ਹੈ ਜੀ, ਪਹਾੜਾਂ ਤੋਂ ਉੱਚੀ ਤੇ ਸਮੁੰਦਰ ਤੋਂ ਗਹਿਰੀ, ਇਹ ਉਹ ਵਾਲੀ ਯਾਰੀ ਜਿਹੜੀ ਹੈ ਨਾ ਹੁਣ ਸਾਨੂੰ ਨਜ਼ਰ ਆ ਰਹੀ ਆ। ਔਰ ਉਹ ਨਾਲੇ ਵੀ ਕਹਿ ਰਿਹਾ ਕਿ ਦੂਜੇ ਪਾਸੇ ਹਿੰਦੁਸਤਾਨ ਤੇ ਚੀਨ ਕਬਜ਼ਾ ਕਰਨ ਰਿਹਾ। ਜਿਹੜੇ ਦਰਿਆ ਚਾਈਨਾ ਦੇ ਵਿੱਚੋਂ ਅੰਦਰ ਵੜਦੇ ਆ, ਉਹ ਚਾਈਨਾ ਕਹਿ ਰਿਹਾ ਕਿ ਅਸੀਂ ਦਰਿਆਵਾਂ ਦਾ ਰੁਖ ਮੋੜ ਦੇਣਾ ਵਾ, ਅਸੀਂ ਚਾਈਨਾ ਦੇ ਵਿੱਚ ਵੱਡੇ ਵੱਡੇ ਡੈਮ ਬਣਾ ਕੇ ਹਿੰਦੁਸਤਾਨ ਨੂੰ ਪਾਣੀ ਵੀ ਨਹੀਂ ਦੇਣਾ ਹੈਗਾ। ਔਰ ਪਲੱਸ ਉਹਨਾਂ ਨੇ ਇੱਕ ਸੂਬੇ ਤੇ ਕਬਜ਼ਾ ਕਰਕੇ ਉਹਦਾ ਪੂਰਾ ਨਿਜ਼ਾਮ ਵੀ ਸੰਭਾਲ ਲਿਆ। ਇੱਥੇ ਵੀ ਉਹ ਕਹਿ ਰਹੇ ਨੇ ਕਿ ਮੋਦੀ ਸਾਹਿਬ ਦੀ ਇੱਥੇ ਨਾਕਾਮੀ ਹੈ ਚਾਈਨਾ ਦੇ ਨਾਲ, ਔਰ ਪਾਕਿਸਤਾਨ ਦੀ ਕਾਮਯਾਬੀ ਹੈ। ਅੱਛਾ ਜੀ, ਮਾਲਦੀਵ ਵਰਗਾ ਮੁਲਕ ਜਿਹੜਾ ਹੈ ਉਹ ਵੀ ਉਹਦੇ ਵਿੱਚ ਜਿਹੜੀ ਹਕੂਮਤ ਹੈ ਉਹ ਵੀ ਪ੍ਰੋ ਚਾਈਨਾ ਆ ਗਈ ਹੈ। ਹਿੰਦੁਸਤਾਨ ਦੀ ਉੱਥੇ ਭਾਵੇਂ ਅੰਬੈਸੀ ਬੰਦ ਕਰ ਦੇਣ, ਹੈ ਜੀ, ਅੰਬੈਸੀ ਨਹੀਂ ਬੰਦ ਕਰਦੇ, ਲੇਕਿਨ ਉੱਥੇ ਹਿੰਦੁਸਤਾਨ ਦੇ ਜਿਹੜੇ ਮਤਲਬ ਕਿ ਜਿੰਨੇ ਏਜੰਟ ਸ਼ੈਂਟ ਅੱਗੇ ਪਿੱਛੇ ਸਭ ਉਹਨਾਂ ਨੇ ਜ਼ੀਰੋ ਕਰਤੇ ਆ, ਕਿਉਂਕਿ ਪ੍ਰੋ ਚਾਈਨਾ ਹਕੂਮਤ ਆ ਗਈ ਹੈ। ਉੱਥੇ ਜੋ ਵੀ ਚੱਲੇਗਾ ਹੁਣ ਚਾਈਨਾ ਦਾ ਚੱਲੇਗਾ। ਹਾਲਾਂਕਿ ਮਾਲਦੀਵ ਅਗਰ ਵੇਖਿਆ ਜਾਵੇ ਤੇ ਵਿਚਕਾਰ ਕਰਕੇ ਵੀ ਹਿੰਦੁਸਤਾਨ ਦੇ ਬਿਲਕੁਲ ਨਾਲ ਆ, ਬੜਾ ਅਸਰ ਰਸੂ ਹਿੰਦੁਸਤਾਨ ਦਾ, ਲੇਕਿਨ ਉਹ ਐਨੀਮੋਰ ਨਹੀਂ ਰਿਹਾ। ਇੱਥੇ ਵੀ ਕਿਹਾ ਜਾ ਰਿਹਾ ਕਿ ਇੱਥੇ ਨਾਕਾਮੀ ਆ ਹਿੰਦੁਸਤਾਨ ਦੀ। ਅੱਛਾ ਜੀ, ਉਤੋਂ ਨਾਲ ਇਹ ਵੀ ਕਹਿ ਰਹੇ ਜੀ ਕਿ ਆਲਮੀ ਪਲੇਟਫਾਰਮ ਜਿਹੜੇ ਨੇ, ਮਤਲਬ ਫਰਜ਼ ਕੀਤਾ ਕਿ IMF ਨੂੰ ਹਿੰਦੁਸਤਾਨ ਕਹਿ ਰਿਹਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਅਗਲਾ ਕਰਜ਼ਾ ਨਾ ਦਿਓ, ਪਾਕਿਸਤਾਨ ਨੂੰ ਜਰਾ ਟਫ ਟਾਈਮ ਦਿਓ, ਲੇਕਿਨ ਉਹ ਹਿੰਦੁਸਤਾਨ ਦੇ ਵਿੱਚ ਵੀ ਨਾਕਾਮ ਹੋਇਆ, ਕਿਉਂਕਿ ਪਾਕਿਸਤਾਨ ਨੂੰ ਜਿਹੜੀ ਅਗਲੀ ਕਿਸ਼ਤ ਆ, ਜਿਹੜੀ ਅਗਲਾ ਉਹਨਾਂ ਦੀ ਡੀਲ ਸੀ, ਜਿਹੜਾ ਅਗਲਾ ਉਹਨਾਂ ਦਾ ਪੈਕੇਜ ਸੀ, ਉਹ ਵੀ ਬੜਾ ਸੋਹਣਾ ਹੋ ਗਿਆ ਪਾਕਿਸਤਾਨ ਦਾ ਇਹਦੇ ਨਾਲ IMF ਨਾਲ। ਫਿਰ ਵਰਲਡ ਬੈਂਕ ਦੇ ਨਾਲ ਪਾਕਿਸਤਾਨ ਦੇ ਮਾਮਲਾਤ ਬੜੇ ਅੱਛੇ ਚੱਲਦੇ ਰਹੇ ਆ। ਜਿਹੜਾ ਸਿੰਧ ਤਾਸ਼ ਮਾਇਦਾ ਹੈ ਉਹ ਉੱਥੇ ਲੈ ਕੇ ਗਿਆ ਹੈ, ਤੇ ਜਿਹਦੇ ਚ ਵਰਲਡ ਬੈਂਕ ਨੇ ਕਿਹਾ ਜੀ ਬਿਲਕੁਲ ਠੀਕ ਹੈ, ਅਸੀਂ ਇਹਦੇ ਗਰੰਟਿਡ ਆ ਤੇ ਅਸੀਂ ਇਹਦੇ ਤੇ ਗੱਲ ਕਰਾਂਗੇ। ਹਿੰਦੁਸਤਾਨ ਨੇ ਇਕੱਲਾ ਕਿੱਦਾਂ ਕਰ ਸਕਦਾ ਵਾ, ਨਹੀਂ ਕਰ ਸਕਦਾ ਨਾ ਹਿੰਦੁਸਤਾਨ ਇਕੱਲਾ, ਤੇ ਇਹਨੂੰ ਵੀ ਨਾਕਾਮੀ ਕਿਹਾ ਜਾ ਰਿਹਾ ਹਿੰਦੁਸਤਾਨ ਦੀ, ਔਰ ਪਾਕਿਸਤਾਨ ਦੀ ਕਾਮਯਾਬੀ ਕਿਹਾ ਜਾ ਰਿਹਾ। ਫਿਰ ਉਹਦੇ ਨਾਲ ਕਿਹਾ ਜਾ ਰਿਹਾ ਜੀ ਕਿ ਬੰਗਲਾਦੇਸ਼ ਤੇ ਸ੍ਰੀਲੰਕਾ ਜਿਹੜੇ ਨੇ, ਉਹਨਾਂ ਦਾ ਝੁਕਾਓ ਵੀ ਚੋਖਾ ਪਾਕਿਸਤਾਨ ਵਾਲੇ ਪਾਸੇ ਵੇ, ਚੋਖਾ ਚਾਈਨਾ ਵਾਲੇ ਪਾਸੇ ਵੇ, ਔਰ ਹਿੰਦੁਸਤਾਨ ਵਾਲੇ ਪਾਸੇ ਵੇ। ਔਰ ਉਹ ਲਿਖਣ ਵਾਲੇ ਇਹ ਲਿਖ ਰਹੇ ਆ, ਜਿਹਨਾਂ ਟਵੀਟ ਲਿਖੀ ਆ ਕਿ ਭਾਜੀ ਇਹ ਹਰ ਜਗ੍ਹਾ ਤੇ ਅਗਰ ਵੇਖਿਆ ਜਾਵੇ ਤੇ ਹਿੰਦੁਸਤਾਨ ਨੂੰ ਛਿੱਤਰ ਪੈ ਰਿਹਾ, ਪਾਕਿਸਤਾਨ ਹਰ ਗੁਜ਼ਰਦੇ ਦਿਨ ਦੇ ਨਾਲ ਮਜ਼ਬੂਤ ਹੁੰਦਾ ਜਾ ਰਿਹਾ, ਔਰ ਉਹਦੀ ਜਿਹੜੀ ਮਜ਼ਬੂਤੀ ਹੈ ਨਾ, ਉਹ ਮਤਲਬ ਕਿ ਚਾਈਨਾ ਦੇ ਨਾਲ ਰਲ ਕੇ ਹਿੰਦੁਸਤਾਨ ਦੀ ਸਲਾਮਤੀ ਵਾਸਤੇ ਇੱਕ ਬਹੁਤ ਬੜਾ ਖਤਰਾ ਹੈ। ਔਰ ਅਗਲੇ ਲੈਵਲ ਤੇ ਜਾ ਕੇ ਜਿਹੜਾ ਚਾਈਨਾ ਬੜਾ ਲੰਮਾ ਚੌੜਾ ਖਾਬ ਵੇਖਦਾ ਹੈ, ਪਾਕਿਸਤਾਨ ਤਾਂ ਖੈਰ ਕਹਿੰਦਾ ਹੈ ਨਾ ਹਿੰਦੁਸਤਾਨ ਟੁੱਟ ਜਾਣਾ, ਗੱਲੀ ਬਾਤੀ ਐਵੇਂ ਹੀ ਮਤਲਬ ਦਾਅ ਦੱਪਾ ਲਾਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਚਾਈਨਾ ਕਿਸੇ ਜਗ੍ਹਾ ਤੇ ਬੈਠਾ ਹਿੰਦੁਸਤਾਨ ਨੂੰ ਤੋੜਨ ਦੀਆਂ ਤਿਆਰੀਆਂ ਕਰ ਰਿਹਾ, ਅੰਦਰੋਂ ਅੰਦਰ ਗੇਮ ਪਾ ਰਿਹਾ। ਉਹ ਲੱਗਦਾ ਹੈ ਕਿ ਉਹ ਵੇਲਾ ਹੁਣ ਨੇੜੇ ਆਉਣ ਲੈ। ਤੁਸੀਂ ਤੇ ਮੈਂ ਆਪਣੀ ਹਯਾਤੀ ਦੇ ਵਿੱਚ ਉਹ ਵੇਲਾ ਵੇਖਾਂਗੇ ਜਦੋਂ ਖਾਲਿਸਤਾਨ ਅਲੱਗਾ ਹੋ ਜਾਏਗਾ, ਔਰ ਬਾਕੀ ਜਿਹੜੇ ਮਤਲਬ ਹਿੰਦੁਸਤਾਨ ਦੇ ਟੋਟੇ ਨੇ ਉਹ ਹੋਣਗੇ, ਔਰ ਹਿੰਦੁਸਤਾਨ ਘੱਟ ਰਹਿ ਜਾਏਗਾ, ਬਲਕਿ ਨਿੱਕੀਆਂ ਨਿੱਕੀਆਂ ਰਿਆਸਤਾਂ ਦੇ ਵਿੱਚ ਫਿਰ ਵਾਪਸ ਆ ਜਾਏਗਾ। ਅੱਛਾ ਜੀ, ਨੇਪਾਲ ਨੇ ਆਪਣਾ ਨਵਾਂ ਨਕਸ਼ਾ ਬਣਾਤਾ ਜਨਾਬ,
ਔਰ ਨੇਪਾਲ ਦੇ ਨਵੇਂ ਨਕਸ਼ੇ ਦੇ ਵਿੱਚ ਕੁਝ ਇੰਡੀਆ ਦੇ ਉਹ ਹਿੱਸੇ ਜਿਨ੍ਹਾਂ ਤੇ ਉਹ ਬੜਾ ਪੁਰਾਣਾ ਕਲੇਮ ਕਰਦਾ ਸੀ, ਲੇਕਿਨ ਹਿੰਦੁਸਤਾਨ ਤਗੜਾ ਸੀਗਾ, ਉਹ ਉਹਦੇ ਸਾਹਮਣੇ ਬੋਲਦਾ ਨਹੀਂ ਸੀ, ਲੇਕਿਨ ਉਹਨੇ ਨੇਪਾਲ ਨੇ ਨਕਸ਼ੇ ਦੇ ਵਿੱਚ ਵਹਾਇਆ ਜੀ ਆਹ ਵੀ ਇਲਾਕਾ ਸਾਡਾ ਹੈ, ਆਹ ਵੀ ਇਲਾਕਾ ਸਾਡਾ ਹੈ ਤੇ ਆਹ ਵੀ ਇਲਾਕਾ ਸਾਡਾ। ਇਸ ਤੋਂ ਇਲਾਵਾ ਕਸ਼ਮੀਰ ਵਾਲੇ ਜਿਹੜੇ ਨੇ ਉਹ ਵੀ ਹੁਣ ਸਿਰ ਚੁੱਕਣਾ ਸ਼ੁਰੂ ਹੋ ਗਏ ਆ, ਉਹਨਾਂ ਨੂੰ ਵੀ ਹਿੰਮਤ ਔਰ ਹੌਸਲਾ ਮਿਲਿਆ ਜੇ ਕਮਜ਼ੋਰ ਹੋ ਰਿਹਾ ਹਿੰਦੁਸਤਾਨ ਤੇ ਇਹਦੇ ਕਮਜ਼ੋਰ ਹੋਣ ਤੋਂ ਫਾਇਦਾ ਚੁੱਕਿਆ ਜਾਵੇ, ਜਿਹੜਾ ਕਸ਼ਮੀਰ ਦਾ ਬੜਾ ਪੁਰਾਣਾ ਮਸਲਾ ਹੈ ਉਹਨੂੰ ਵੀ ਹੱਲ ਕਰਾ ਲਿਆ ਜਾਵੇ। ਇਹ ਸਾਰੀਆਂ ਨਾਕਾਮੀਆਂ ਸਨ ਜੀ, ਜਿਹਦਾ ਮਤਲਬ ਕਿ ਆਪਣਾ ਨਾਲ ਉਹਨਾਂ ਇਹ ਵੀ ਕਿਹਾ ਕਿ ਜਿਹੜਾ ਰੂਸ ਆ ਉਹ ਪਾਕਿਸਤਾਨ ਮਾਝੇ ਦੇ ਮਾਝੇ ਕੀਤੀ ਜਾ ਰਿਹਾ, ਪਾਕਿਸਤਾਨ ਨਾਲ ਰੂਸ ਦੇ ਰਿਲੇਸ਼ਨ ਬੜੇ ਤਗੜੇ ਆ, ਚਾਈਨਾ ਦੇ ਹੈਗੇ ਆ, ਹਾਲਾਂਕਿ ਰੂਸ ਜਿਹੜਾ ਹੈ ਉਹ ਹਮੇਸ਼ਾ ਹੀ ਹਿੰਦੁਸਤਾਨ ਦੇ ਨਾਲ ਉਹਦਾ ਬੜਾ ਚੰਗਾ ਤਾਲੁਕ ਰਿਹਾ ਹਮੇਸ਼ਾ ਹੀ, ਲੇਕਿਨ ਜਦੋਂ ਦਾ ਉਹਨਾਂ ਦਾ ਉਹ S-400 ਪਾਕਿਸਤਾਨ ਨੇ ਲੰਮਾ ਪਾ ਕੇ ਢਾਇਆ ਹੈ ਨਾ ਉੱਤੇ ਬਹਿ ਕੇ, ਉਦੋਂ ਦਾ ਰੂਸ ਦਾ ਵੀ ਜਿਹੜਾ ਨਾ ਹਿੰਦੁਸਤਾਨ ਤੋਂ ਇਤਮਾਦ ਉੱਠ ਗਿਆ ਕਿ ਯਾਰ ਇਹਦੇ ਇੰਨੇ ਜੋਗੇ ਨਕੰਮੇ ਜਾਹਿਲ ਲੋਕ ਨੇ, ਇਹਨਾਂ ਕੋਲ ਤੇ ਇੰਨਾ ਵੀ ਨਹੀਂ ਹੋਇਆ ਕਿ ਉਹ ਸਾਡਾ ਸਿਸਟਮ ਹੀ ਸੰਭਾਲ ਸਕਣ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਇੱਕ ਮਤਲਬ ਕਿ ਬੜਾ ਵੱਡਾ ਸਾਰਾ ਇਸ ਟਾਈਮ ਮੁਲਾਮਾ ਬਣਿਆ ਖਲੋਤਾ ਹੈ ਇੰਡੀਆ ਵਾਸਤੇ ਪੂਰੀ ਦੁਨੀਆ ਦੇ ਵਿੱਚ ਕਿ ਇੰਡੀਆ ਜਿਹੜਾ ਉਹ ਖੱਜਲ ਖਰਾਬ ਹੋ ਰਿਹਾ ਹੈ, ਮੋਦੀ ਦੀ ਹਕੂਮਤ ਜਿਹੜੀ ਉਹ ਖੱਜਲ ਖਰਾਬ ਹੋ ਰਹੀ ਹੈ, ਔਰ ਪਾਕਿਸਤਾਨ ਜਿਹੜਾ ਉਹ ਹਰ ਪਾਸੇ ਹੀ ਮਤਲਬ ਕਿ ਆਪਣਾ ਅੱਛਾ ਜੀ ਉਹ ਦਾਵਾ ਇਹ ਕਰਦੇ ਆ ਕਿ ਬੜਾ ਵੱਡਾ ਮੁਲਕ ਆ, ਉਹਨਾਂ ਦੀ ਇਕਨੋਮੀ ਪਤਾ ਨਹੀਂ ਕਿੰਨੇ ਟ੍ਰਿਲੀਅਨ ਦੀ ਆ, ਉਹਨਾਂ ਦੀ ਜਿਹੜੀ ਇੰਪੋਰਟ ਹੈ ਕਿੰਨੇ ਬਿਲੀਅਨ ਦੀ ਆ, ਉਹ ਜਿਹੜੀ ਉਹਨਾਂ ਦੀ ਇੰਡਸਟਰੀ ਆ ਕਿੰਨੀ ਵੱਡੀ ਆ, ਆਈਟੀ ਦੇ ਵਿੱਚ ਉਹ ਦੁਨੀਆ ਚਲਾਉਣ ਦੇ ਨੇ, ਐਡੇ ਵੱਡੇ ਵੱਡੇ ਦਾਅਵੇ ਕਰਦੇ ਨੇ ਹਿੰਦੁਸਤਾਨ। ਤੁਹਾਨੂੰ ਪਤਾ ਹੈ ਪਹਿਲੇ ਅਸੀਂ ਉਹਨਾਂ ਦੇ ਜਹਾਜ਼ ਦੇ ਗਏ, ਔਰ ਉਹ ਜਹਾਜ਼ ਦੇ ਕੇ ਜਿਹੜੇ ਕਿ ਡੇਗਣਾ ਬੜਾ ਹੀ ਮੁਸ਼ਕਲ ਕੰਮ ਸੀ ਬਈ 20 ਸਾਲ ਤੋਂ ਰਫੇਲ ਡਿੱਗਾ ਕਿਤੇ, ਤੁਸੀਂ ਸੁਣਿਆ ਕਿਤੇ ਰਫੇਲ ਨੂੰ ਕਿਸੇ ਢਾਇਆ ਹੋਵੇ ਪਾਕਿਸਤਾਨ ਦੇ, ਹੁਣ ਉਹ ਆਪੇ ਇੱਕ ਰਿਪੋਰਟ ਆ ਕਿ 12 ਗਾਇਬ ਆ, ਇਹ ਅਸੀਂ ਤਾਂ ਤਿੰਨ ਕਲੇਮ ਕਰਨ ਡਏ ਆ ਨਾ, ਉਹ ਭਾਈ ਫਰਾਂਸ ਵਾਲੇ ਕਹਿਣ ਡਏ ਆ ਕਿ ਸਾਡੇ 12 ਦਾ ਰਾਬਤਾ ਨਹੀਂ ਹੋ ਰਿਹਾ, ਸਾਡੇ ਸਿਸਟਮ ਤੇ ਜਦੋਂ ਦੇਖਦੇ ਆ ਬਹਿ ਕੇ ਸੀ ਤੋਂ ਉਹ ਸਾਨੂੰ ਨਜ਼ਰ ਹੀ ਨਹੀਂ ਕਿਸੇ ਪਾਸੇ ਆ ਰਿਹਾ, ਅਸੀਂ ਹਿੰਦੁਸਤਾਨ ਨੂੰ ਕਹਿ ਰਹੇ ਵਹਾਓ ਵੀ ਕਿੱਥੇ ਜੇ, ਤੇ ਹਿੰਦੁਸਤਾਨ ਸਾਨੂੰ ਵਹਾਉਂਦਾ ਨਹੀਂ ਪਿਆ, ਤੇ ਇਹ ਵੀ ਇੱਕ ਰੋਲਾ ਹੈਗਾ ਜੇ ਕਿਧਰੇ ਇਹ 3 ਦੇ ਬਜਾਏ ਕਿਤੇ 12 ਨਾ ਗਾਇਬ ਹੋਣ। ਪਹਿਲੇ ਉਹਨਾਂ ਪਿਛਲੇ ਤੁਸੀਂ ਕੱਲ ਪਰਸੋਂ ਤੁਸੀਂ ਦੇਖਿਆ ਉਹਨਾਂ ਦਾ ਹੈਲੀਕਾਪਟਰ ਉਹ ਡਿੱਗਾ ਪਿਆ ਸੜਕ ਤੇ, ਉਹਦੇ ਚ ਚਲੋ ਲੋਕੀ ਸਾਰੇ ਬਚ ਗਏ, ਉਹਦੇ ਚ ਕੋਈ ਮਤਲਬ ਕਿ ਜਾਨੀ ਨੁਕਸਾਨ ਤੇ ਨਹੀਂ ਹੋਇਆ, ਲੇਕਿਨ ਹੈਲੀਕਾਪਟਰ ਜਿਹੜਾ ਉਹ 0-0 ਹੋ ਗਿਆ। ਹਿੰਦੁਸਤਾਨ ਦੇ ਦਿਨ ਭੈੜੇ ਚੱਲਣ ਰਹੇ ਆ। ਪਰਸੋਂ ਚੌਥ ਉਹਨਾਂ ਦਾ ਇੱਕ ਹਾਦਸਾ ਹੋਇਆ, ਟ੍ਰੇਨ ਜਾ ਰਹੀ ਸੀ ਉਹਨਾਂ ਦੀ ਜੀ, ਉਹ ਜਿਹੜੀ ਟ੍ਰੇਨ ਆ ਜੀ ਉਹਦੇ ਵਿੱਚ ਕੋਈ ਜਿਹੜੀ ਬਹਿਣ ਦੀ ਜਗ੍ਹਾ ਸੀ ਨਾ ਜੀ ਉਹ 5000 ਦੀ ਸੀ ਤੇ ਬੈਠਾ ਜਿਹੜਾ ਸੀ 15000 ਸੀਗਾ, ਮਤਲਬ ਉਹਦੇ ਟਾਇਲਟਾਂ ਦੇ ਵਿੱਚ ਵੀ ਬੰਦੇ ਸੀ, ਉਹਦੇ ਬੂਹੇ ਨਾਲ ਲਮਕੇ ਬੰਦੇ ਸੀ, ਉਹਦੀ ਛੱਤ ਤੇ ਬੈਠੇ ਬੰਦੇ ਸੀਗੇ, ਐਡੀ ਵੱਡੀ ਤਾਕਤ। ਤੇ ਟ੍ਰੇਨਾਂ ਦਾ ਹਾਲ ਹੈ ਕਿ ਛੱਤਾਂ ਤੇ ਲੋਕ ਬਹਿ ਕੇ ਸਫ਼ਰ ਕਰਦੇ ਪਏ, ਹੁਣ ਤੁਸੀਂ ਇਸ ਤੋਂ ਅੰਦਾਜ਼ਾ ਕਰ ਲਓ ਕਿ ਕਿੰਨੀ ਕੁ ਵੱਡੀ ਤਾਕਤ ਆ। ਇਹ ਜਿਹੜਾ ਉੱਚੀ ਦੁਕਾਨ ਤੇ ਫੀਕੇ ਪਕਾਉਣ ਵਾਲੀ ਗੱਲ ਹੈ, ਇਹ ਦੂਰੋਂ ਹੀ ਚੰਗਾ ਲੱਗਦਾ ਜੇ, ਦੂਰੋਂ ਹੀ ਤਗੜਾ ਲੱਗਦਾ ਜੇ, ਅੰਦਰੋਂ ਇਹ ਬਿਲਕੁਲ ਖੋਖਲਾ ਜਿਹਾ ਜੇ। ਉਹਦੇ ਤੋਂ ਡਿੱਗ ਕੇ ਕੋਈ 4-5 ਬੰਦੇ ਜਿਹੜੇ ਆ ਨਾ ਉਹ ਮਤਲਬ ਕਿ ਰੱਬ ਨੂੰ ਪਿਆਰੇ ਹੋ ਗਏ ਆ। ਮਾੜੀ ਗੱਲ ਆ, ਕਿਸੇ ਦੇ ਮਰਨ ਤੇ ਅਸੀਂ ਖੁਸ਼ੀ ਤੇ ਨਹੀਂ ਕਰ ਰਹੇ, ਲੇਕਿਨ ਤੁਹਾਨੂੰ ਦੱਸਣ ਡਏ ਆ ਕਿ ਜੇ ਕਰਨ ਵਾਲਾ ਕੰਮ ਆ ਤੇ ਉਹ ਆ ਵਾ, ਟ੍ਰੇਨਾਂ ਚੰਗੀਆਂ ਕਰ, ਲੋਕਾਂ ਨੂੰ ਸਹੂਲਤਾਂ ਦੇ, ਲੋਕਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕਰ, ਲੋਕਾਂ ਦੀ ਐਜੂਕੇਸ਼ਨ ਦਾ ਇੰਤਜ਼ਾਮ ਕਰ। ਤੇਰੇ ਮੁਲਕ ਦੇ ਲੋਕਾਂ ਕੋਲ ਟਾਇਲਟ ਜਾਣ ਲਈ ਟਾਇਲਟ ਨਹੀਂ ਹੈਗਾ, ਹੋਰ ਕੋਈ ਨਹੀਂ, ਟਾਇਲਟ ਬਣਾ ਕੇ ਦੇ ਲੋਕਾਂ ਨੂੰ। ਤੂੰ ਕਹਿ ਰਿਹਾ ਕਿ ਤੂੰ ਪਾਕਿਸਤਾਨ ਨਾਲ ਜੰਗ ਕਰਨੀ ਹੈ, ਤੂੰ ਕਹਿ ਰਿਹਾ ਕਿ ਚਾਈਨਾ ਨੂੰ ਲੰਮਾ ਪਾਣਾ ਹੈ, ਤੂੰ ਕਹਿ ਰਿਹਾ ਕਿ ਮੈਂ ਆਪਣੇ ਪੂਰੇ ਇਲਾਕੇ ਦਾ ਚੌਧਰੀ ਬਣਨਾ। ਭਾਈ ਚੌਧਰੀ ਬਣਨ ਵਾਸਤੇ ਲੋਕਾਂ ਦੀ ਸੇਵਾ ਕਰ, ਤੂੰ ਆਪੇ ਚੌਧਰੀ ਬਣ ਜਾਏਗਾ। ਆਖਰੀ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ, ਜਿਹੜਾ ਪਾਕਿਸਤਾਨ ਦਾ ਸਿਪਾ ਸਲਾਰ ਹੈ, ਫੀਲਡ ਮਾਰਸ਼ਲ ਹੈ, ਉਹ ਹਾਫਜ਼ੇ ਕੁਰਾਨ ਹੈ, ਠੀਕ ਹੈ ਜੀ। ਔਰ ਜਦੋਂ ਜਿੱਥੇ ਜਿਹੜੀ ਮਹਿਫਲੇ ਜਾਂਦਾ ਹੈ ਉੱਥੇ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਅਤੇ ਉਹਦੀਆਂ ਮਿਸਾਲਾਂ ਦਿੰਦਾ ਹੈ। ਉਹ ਸਾਰੀਆਂ ਗੱਲਾਂ ਕੁਰਾਨ ਮਤਲਬ ਜਿਹੜਾ ਸਾਡਾ ਆਪਰੇਸ਼ਨ ਦਾ ਨਾਂ ਸੀ ਉਹਨਾਂ ਆਪਰੇਸ਼ਨ ਸੰਦੂਰ ਰੱਖਿਆ, ਜਿਹੜਾ ਸਾਡੇ ਵਾਲਾ ਦਾ ਨਾਂ ਸੀ ਉਹ ਵੀ ਕੁਰਾਨ ਦੀ ਇੱਕ ਆਇਤ ਸੀ ਜਿਹਦਾ ਲਫ਼ਜ਼ ਸੀ ਸੀਸਾ ਪਲਾਈ ਦੀਵਾਰ, ਅਰਬੀ ਦਾ ਲਫ਼ਜ਼ ਸੀ, ਉਰਦੂ ਜਿਹਨੂੰ ਸੀਸਾ ਪਲਾਈ ਦੀਵਾਰ ਕਹਿੰਦੇ ਆ, ਅਤੇ ਪੰਜਾਬੀ ਚ ਕਹਿੰਦੇ ਸ਼ੀਸ਼ੇ ਦੀ ਕੰਧ ਕਹਿ ਲਓ ਤੁਸੀਂ ਉਹਨੂੰ, ਹਾਂਜੀ ਸ਼ੀਸ਼ੇ ਦੀ ਕੰਧ ਇਹ ਨਾਂ ਸੀ ਉਹਦਾ। ਔਰ ਉਹ ਵਾਕਈ ਸ਼ੀਸ਼ੇ ਦੀ ਕੰਧ ਸਾਬਤ ਹੋਈ ਕਿ ਇਧਰੋਂ ਕੋਈ ਇੱਧਰ ਬੰਦਾ ਆ ਨਹੀਂ ਸਕਿਆ, ਸੀਸਾ ਪਲਾਈ ਹੋ ਗਈ ਦੀਵਾਰ ਜਿਹੜੀ ਆ। ਹਿੰਦੁਸਤਾਨ ਦਾ ਆਰਮੀ ਚੀਫ ਜਿਹੜਾ ਹੈ ਉਹ ਪਿਛਲੇ ਦਿਨਾਂ 'ਚ ਇੱਕ ਬੜੇ ਵੱਡੇ ਮਹਾਰਾਜ ਦੇ ਕੋਲ ਗਿਆ ਹੋਇਆ ਸੀ, ਔਰ ਮਹਾਰਾਜ ਨੂੰ ਨੇ ਕਿਹਾ ਜੀ ਕਿ ਦੱਸੋ ਸਾਡੇ ਵਾਸਤੇ ਕੁਝ ਕਰੋ, ਸਾਡੀਆਂ ਬੰਦੂਕਾਂ ਜਵਾਬ ਦੇ ਗਈਆਂ ਨੇ, ਹੁਣ ਤੁਹਾਡੇ ਕੋਈ ਪ੍ਰਸ਼ਾਦ ਪ੍ਰਸ਼ੂਦ ਹੀ ਚੱਲ ਜਾਣ ਤੇ ਚੱਲ ਜਾਣ। ਉਹਨੇ ਅੱਗੋਂ ਬਜਾਏ ਕੁਝ ਦੇਣ ਦੇ ਉਹਨੇ ਕਿਹਾ ਫਿਰ ਮੇਰੀ ਵੀ ਇੱਕ ਇੱਛਾ, ਮੇਰੀ ਵੀ ਇੱਕ ਜਿਹੜੀ ਹੈ ਨਾ ਉਹ ਮਤਲਬ ਕਿ ਗੱਲ ਆ, ਉਹਨੂੰ ਵੀ ਤੈਨੂੰ ਪੂਰਾ ਕਰਨਾ ਪਏਗਾ, ਮੈਨੂੰ ਕਸ਼ਮੀਰ ਚਾਹੀਦਾ। ਹੁਣ ਉੱਥੇ ਆਰਮੀ ਚੀਫ ਸਾਹਿਬ ਇੰਡੀਆ ਵਾਲੇ ਕਸ਼ਮੀਰ ਦੇ ਲੈ ਕੇ ਪਾਕਿਸਤਾਨ ਕੋਲੋਂ ਆਪਣੇ ਜਿਹੜੇ ਗੁਰੂ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਰੱਖਣ ਦਾ ਵਾਅਦਾ ਕਰਕੇ ਆ ਗਿਆ। ਕੱਲ ਇੱਕ ਹੋਰ ਮੰਦਿਰ ਦੇ ਵਿੱਚ ਜਾ ਕੇ ਉਹਨਾਂ ਨੇ ਪੂਜਾ ਕੀਤੀ। ਮੈਨੂੰ ਇੱਕ ਗੱਲ ਜਿਹੜੀ ਹੈ ਨਾ, ਇਹ ਗੱਲ ਤੁਹਾਨੂੰ ਯੇਨ 'ਚ ਰੱਖਣੀ ਪਏਗੀ, ਜਿਹੜੀ ਹਿੰਦੁਸਤਾਨ ਦੀ ਇਸ ਵਕਤ ਹਕੂਮਤ ਦੀ ਜਮਾਤ ਆ ਨਾ BJP, ਉਹ ਐਕਚੁਅਲੀ ਇੱਕ ਬੜੀ ਵੱਡੀ ਤਸ਼ੱਦਦ ਪਸੰਦ ਅਤੇ ਸ਼ਿੱਦਤ ਪਸੰਦ ਕਿਸਮ ਦੀ ਜਮਾਤ ਆ, ਜਿਹੜਾ ਕਿ ਸਾਡੇ ਤੇ ਉਹ ਲਾਉਂਦੇ ਆ, ਇੱਕ ਇਲਜ਼ਾਮ ਲਾਉਂਦੇ ਆ ਕਿ ਪਾਕਿਸਤਾਨ ਬੜਾ ਸ਼ਿੱਦਤ ਪਸੰਦ ਹੈ, ਦਹਿਸ਼ਤਗਰਦ। ਜਿੱਡਾ ਵੱਡਾ ਦਹਿਸ਼ਤਗਰਦ, ਕਿਉਂਕਿ ਇਹਨਾਂ ਦਾ ਦੁਨੀਆ 'ਚ ਹਿੰਦੁਸਤਾਨ ਤੋਂ ਇਲਾਵਾ ਕੋਈ ਹੋਰ ਹਿੰਦੂ ਮੁਲਕ ਹੈ ਨਹੀਂ, ਤੇ ਇਹ ਇਸੇ ਮੁਲਕ ਦੇ ਵਿੱਚ ਹੀ ਇਹਨਾਂ ਨੇ ਸਾਰਾ ਕੁਝ ਕਰਨਾ ਹੈ। ਬਾਹਰ ਇਹਨਾਂ ਨੂੰ ਜਾਣਦਾ ਕੋਈ ਨਹੀਂ, ਜਿੱਥੇ ਇਹਨਾਂ ਦਾ ਦਾ ਲੱਗਦਾ ਕੈਨੇਡਾ ਵਰਗੇ ਮੁਲਕਾਂ 'ਚ ਉੱਥੇ ਵੀ ਇਹ ਕੰਮ ਪਾ ਲੈਂਦੇ ਆ। ਤੇ ਇਹ ਜਿਹੜੀ ਜਮਾਤ ਆ ਨਾ BJP, ਇਹਦੇ ਅੰਦਰ ਜਿਹੜੇ ਇਹਦੇ ਸਿਆਸੀ ਵਰਕਰ ਆ ਨਾ, ਉਹ ਸਿਆਸੀ ਵਰਕਰ ਨਹੀਂ ਹੈਗੇ। ਉਹ ਮੋਦੀ ਨੇ
ਜਨੂਨੀ ਕਿਸਮ ਦੇ ਫੌਜੀ ਭਰਤੀ ਕਰ ਰੱਖੇ ਨੇ। ਮਤਲਬ ਕਿ ਜਿਹੜੇ ਜਨੂਨੀ ਕਿਸਮ ਦੇ ਫੌਜੀ ਨੇ ਨਾ, ਉਹ ਮਤਲਬ ਸਿਆਸੀ ਵਰਕਰ ਦੇ ਬਜਾਏ ਜਨੂਨੀ ਕਿਸਮ ਦੇ ਫੌਜੀ ਭਰਤੀ ਕਰ ਰੱਖੇ ਨੇ, ਜਿਹੜੇ ਆਪਣੇ ਮੁਲਕ ਦੇ ਵਿੱਚ ਦੂਜੀ ਜਨਤਾ ਨੂੰ ਕੁੱਟਣ ਮਾਰਨ ਵਾਸਤੇ ਰੱਖੇ ਨੇ ਉਹਨੇ। ਹੁਣ ਉਹਦਾ ਅਸਰ ਜਿਹੜਾ ਉਹ ਆਰਮੀ ਚੀਫ ਤੇ ਵੀ ਹੋ ਗਿਆ। ਹੁਣ ਆਰਮੀ ਚੀਫ ਵੀ ਜਿਹੜਾ ਉਹ ਮਜ਼ਹਬੀ ਜਨੂਨੀ ਹੁੰਦਾ ਜਾ ਰਿਹਾ ਵਾ। ਉਹ ਮਤਲਬ ਕਦੀ ਮੰਦਰਾਂ 'ਚ ਜਾ ਰਿਹਾ, ਕਦੀ ਕਿਸੇ ਗੁਰੂ ਕੋਲ ਜਾ ਰਿਹਾ, ਬਜਾਏ ਕਿ ਤੂੰ ਜਾ ਮਸ਼ਕਾਂ ਕਰ, ਤੇਰਾ ਕੰਮ ਹੈ ਬਾਰਡਰਾਂ ਤੇ ਜਾਣਾ। ਤੂੰ ਕਦੀ ਵੇਖਿਆ ਬਾਰਡਰ ਤੇ ਕਿਸੇ ਇਹਨਾਂ ਦੇ ਫੌਜੀ ਨੂੰ? ਐਡੀ ਵੱਡੀ ਮਸ਼ਕ ਕੀਤੀ ਹੈ ਤੇ ਕਦੇ ਬਾਰਡਰ ਤੇ ਆਰਮੀ ਚੀਫ ਨੂੰ ਵੇਖਿਆ ਨਹੀਂ ਇੰਡੀਆ ਦੇ ਨੂੰ। ਉਹ ਮੰਦਰਾਂ 'ਚ ਮੱਥੇ ਟੇਕਦਾ ਫਿਰਦਾ, ਉਹ ਗੁਰੂਆਂ ਦੇ ਪੈਰਾਂ 'ਚ ਚਰਨਾਂ 'ਚ ਜਾ ਕੇ ਬੈਠਾ ਹੋਇਆ। ਮੋਦੀ ਨੇ ਆਪਣੇ ਨਾਲ ਨਾਲ ਜਿਹੜਾ ਆਰਮੀ ਚੀਫ ਹੈ ਉਹਨੂੰ ਵੀ ਇਸੇ ਪਾਸੇ ਲਾ ਲਿਆ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਇਹ ਕੌਮ ਦਾ ਕੀ ਬਣੇਗਾ। ਮੇਰਾ ਖਿਆਲ ਹੈ ਕਿ ਇਸ ਕੌਮ ਦਾ ਉਹੀ ਬਣਨਾ ਜਿਹੜਾ ਬਣਨਾ ਚਾਹੀਦਾ ਹੈ। ਪਰ ਮੇਰੀ ਤੇ ਇਹ ਰੱਬ ਅੱਗੇ ਦੁਆ ਹੀ ਹੈ ਕਿ ਸਾਡੇ ਹਮਸਾਏ ਨੂੰ ਰੱਬ ਜਿਹੜਾ ਹੈ ਉਹ ਅਕਲ ਦੇਵੇ ਔਰ ਮਿਲ ਜੁਲ ਕੇ ਰਹਿਣ ਦੀ ਤੌਫੀਕ ਦੇਵੇ, ਬਜਾਏ ਕਿ ਟ੍ਰੇਨਾਂ ਦੇ ਉੱਤੇ ਲੰਮੇ ਪੈ ਕੇ ਸਫ਼ਰ ਕਰਨ ਦੇ, ਵਿੱਚ ਸੋਹਣਾ ਬਹਿ ਕੇ ਸਫ਼ਰ ਕਰਨ ਲਈ ਜ਼ਿਆਦਾ ਟ੍ਰੇਨਾਂ ਬਣਾਈਆਂ ਜਾਣ, ਜ਼ਿਆਦਾ ਜਿਹੜਾ ਪਬਲਿਕ ਟਰਾਂਸਪੋਰਟ ਲਾਇਆ ਜਾਵੇ, ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣ, ਲੋਕਾਂ ਨੂੰ ਯੂਨੀਵਰਸਿਟੀਆਂ ਤੇ ਕਾਲਜ ਬਣਾ ਕੇ ਦਿੱਤੀਆਂ ਜਾਣ। ਇਹ ਖਿੱਤਾ ਏਡਾ ਵੱਡਾ ਪੂਰੀ ਦੁਨੀਆ ਦੇ ਵਿੱਚ ਚਾਈਨਾ, ਪਾਕਿਸਤਾਨ, ਹਿੰਦੁਸਤਾਨ, ਜਿਹੜਾ ਆਹ ਰੀਜਨ ਹੈ ਨਾ, ਇਹ ਸਾਰਾ 4-5 ਮੁਲਕਾਂ ਦਾ ਇੱਕ ਪਾਸੇ ਤੇ ਪੂਰੀ ਦੁਨੀਆ ਇੱਕ ਪਾਸੇ। ਹੁਣ ਇੰਨੀ ਵੱਡੀ ਮੈਨ ਪਾਵਰ ਹੋਣ ਦੇ ਬਾਅਦ, ਐਡੀ ਵੱਡੀ ਸਾਡੇ ਕੋਲ ਲੇਬਰ ਹੋਣ ਦੇ ਬਾਅਦ, ਐਡੇ ਵੱਡੇ ਸਾਡੇ ਕੋਲ ਦਿਮਾਗ ਹੋਣ ਦੇ ਬਜਾਏ, ਆਪਣੇ ਜਿਹੜੇ ਇੰਜੀਨੀਅਰ ਹੋਣ ਦੇ ਬਾਅਦ, ਅਗਰ ਅਸੀਂ ਨਾ ਕੁਝ ਕਰ ਸਕੀਏ ਤੇ ਫਿਰ ਸਾਡੀ ਬਦਕਿਸਮਤੀ ਆ। ਅੱਲਾਹ ਤੁਹਾਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ। ਅੱਜ ਤੋਂ ਬਾਅਦ ਤੁਹਾਡੇ ਨਾਲ 7:30 ਵਜੇ ਪੰਜਾਬੀ ਦੇ ਵਿੱਚ ਹੀ ਮੁਲਾਕਾਤ ਹੋਏ ਕਰੇਗੀ। ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਬੈਲ ਆਈਕਨ ਪ੍ਰੈਸ ਕਰੋ ਔਰ ਜ਼ਿਆਦਾ ਸੇ ਜ਼ਿਆਦਾ WhatsApp ਗਰੁੱਪਾਂ 'ਚ ਸੈਂਡ ਕਰੋ। ਔਰ ਆਪਣੀ ਜਿਹੜੀ ਤੁਸੀਂ ਮਤਲਬ ਕਿ ਲਿਖ ਕੇ ਦੱਸਿਆ ਜ਼ਰੂਰ ਕਰੋ। ਇਹ ਤੁਸੀਂ ਉਰਦੂ 'ਚ ਲਿਖ ਸਕਦੇ ਹੋ, ਇੰਗਲਿਸ਼ ਲਿਖ ਸਕਦੇ ਹੋ, ਤੁਹਾਨੂੰ ਤੇ ਕੋਈ ਪਾਬੰਦੀ ਨਹੀਂ, ਕਿਉਂਕਿ ਪੰਜਾਬੀ ਲਿਖਣਾ ਬੜਾ ਔਖਾ ਕੰਮ ਆ। ਮੇਰੇ ਕੋਲ ਤਾਂ ਨਹੀਂ ਲਿਖੀ ਜਾਂਦੀ। ਬੋਲਣਾ ਵੀ ਕਿਧਰੇ ਵੱਡੀ ਏਡੀ ਰੈਗੂਲਰ ਬੋਲਣੀ ਪਵੇ ਤੇ ਉਹ ਵੀ ਇੱਕ ਦਫਾ ਵਕਤ ਹੀ ਪੈ ਜਾਂਦਾ। ਮੂੰਹ ਉਰਦੂ ਬੋਲ ਕੇ ਥੱਕਦਾ ਸੀ ਪਹਿਲੇ, ਹੁਣ ਪੰਜਾਬੀ ਬੋਲ ਕੇ ਥੱਕਣ ਡਿਆ, ਕਿਉਂਕਿ ਤੁਸੀਂ ਸਾਰਾ ਦਿਨ ਉਰਦੂ ਹੀ ਬੋਲਦੇ ਰਹਿੰਦੇ ਹੋ। ਬਟ ਐਨੀ ਹਾਓ, ਇਹ ਸਾਡੀ ਮਾਂ ਬੋਲੀ ਆ। ਮਾਂ ਬੋਲੀ ਤੋਂ ਦੂਰ ਰਹਿਣਾ ਵੀ ਨਹੀਂ ਚਾਹੀਦਾ। ਅਸੀਂ ਅੱਜ ਤੋਂ ਬਾਅਦ ਤੁਹਾਡੇ ਨਾਲ ਪੰਜਾਬੀ 'ਚ ਹੀ ਮਿਲਾ ਕਰਾਂਗੇ, ਪੰਜਾਬੀ 'ਚ ਗੱਲ ਕਰਾਂਗੇ 7:30 ਵਜੇ। ਖਿਆਲ ਰੱਖੋ, ਇਜਾਜ਼ਤ ਦਿਓ। ਇਨਸ਼ਾਅੱਲਾ ਅਗਲੇ ਵੀਲੋਗ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਗੀ। ਸੁਖੀ ਰਹੋ, ਜਵਾਨੀਆਂ ਮਾਣੋ। ਅੱਲਾ ਦੇ ਹਵਾਲੇ।